शाहो जिस पास बैठिया सोहिया सबड़ा दा विसाहो। सतनाम श्री वाहिगुरु साहिब जी। राम कली महला पंजवा। ना तन तेरा ना मन तोहे, माया मोहे व्याप्या तोहे। कुदम करै गाडर ज्यों शेल, अचिंत जाल काल चक्र पेल। ना तन तेरा ना मन तोहे, माया मोहे व्याप्या तोहे। कुदम करै गाडर ज्यों शेल, अचिंत जाल काल चक्र पेल। हर चरण कमल सरनाए मना, राम नाम जप संग सहाई। गुरमुख पावह साच तना, हर चरण कमल सरनाए मना। राम नाम जप संग सहाई। गुरमुख पावह साच तना। वाहिगुरु जी का खालसा, वाहिगुरु जी की फतेह। परम सत्कारयोग गुरु की साजी नवाजी गुरु रूप गुरु खालसा साध संगत जी, आप वडभागे हो। हर रोज की तरह सचखंड श्री हरमंदिर साहिब जी तो प्राप्त होए श्री मुख भाग की कथा विचार सांझी करन वास्ते PTC दे माध्यम राही देश विदेशों के अंदर तथा घरां विच ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਵਾੜ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਇਤ
ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਰਾਮ ਕਲੀ ਰਾਗ ਵਿੱਚ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਵੀ ਹੈ ਅਤੇ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਜੀ ਦੀ ਮੁਬਾਰਕ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ ਸੀ, ਉਸ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਵੀ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ। ਨਾਲ ਨਾਲ ਹੀ ਆਪਾਂ ਗੁਰਪੁਰਬਾਂ ਦੀ ਵਿਚਾਰ ਵੀ ਕਰਦੇ ਜਾਵਾਂਗੇ। ਤੋ ਸੰਗਤ ਜੀ, ਅੱਜ ਦੇ ਪਾਵਨ ਹੁਕਮਨਾਮੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਤੂੰ ਮੇਰੀ ਮੇਰੀ ਕਰਨੀ ਛੱਡ ਦੇ, ਤੇਰਾ ਤੇ ਕੁਝ ਵੀ ਨਹੀਂ। ਇਹ ਜੋ ਕੁਝ ਵੀ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਤੇ ਉਹਦੇ ਨਾਲ ਜੋੜ ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਅਤੇ ਸੱਚਾ ਨਾਮ ਰੂਪੀ ਧਨ ਜਿਹੜਾ ਨਾ ਇਹਨੂੰ ਪ੍ਰਾਪਤ ਕਰ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ, ਉਹ ਪਿਆਰ ਸਹਿਤ ਸਾਂਝਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਸੰਗਤ ਜੀ, ਆਰਾਮ ਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 899 ਤੇ ਸੁਭਾਇਮਾਨ ਹੈ ਔਰ ਰਾਮਕਲੀ ਰਾਗ ਦਾ ਜਿਹੜਾ ਸਮਾਂ ਹੈ ਸੰਗਤ ਜੀ, ਇਹ ਦਿਨ ਦਾ ਦੂਜਾ ਪਹਿਰ ਹੈ।
ਦੂਜੇ ਪਹਿਰ ਵਿੱਚ ਗੁਰੂ ਕੇ ਕੀਰਤਨੀਏ ਇਸ ਪਾਵਨ ਬਾਣੀ ਦਾ ਗਾਇਨ ਕਰਦੇ ਨੇ। ਨਾ ਤਨ ਤੇਰਾ ਨਾ ਮਨ ਤੋਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਪ੍ਰਾਣੀ, ਨਾ ਤਨ ਤੇਰਾ, ਆ ਜਿਹੜਾ ਅਸਥੂਲ ਸਰੀਰ ਹੈ ਨਾ, ਇਹ ਵੀ ਤੇਰਾ ਨਹੀਂ। ਕਈ ਵਾਰ ਬੰਦਾ ਕਹਿ ਦਿੰਦਾ ਵੀ ਮੇਰਾ ਸਰੀਰ ਨਹੀਂ ਮੰਨਦਾ। ਮਹਾਰਾਜ ਸਾਹਿਬ ਜੀ ਕਹਿੰਦੇ ਸਰੀਰ ਤੇਰਾ ਹੈ ਹੀ ਨਹੀਂ, ਤੂੰ ਤੇ ਬਦੋ ਬਦੀ ਇਹਦੇ ਤੇ ਕਬਜ਼ਾ ਕਰੀ ਬੈਠਾ ਹੈ। ਇਹ ਮੇਰਾ ਸਰੀਰ ਹੈ, ਅੱਜ ਮੇਰਾ ਸਰੀਰ ਠੀਕ ਨਹੀਂ। ਸਤਿਗੁਰੂ ਜੀ ਕਹਿੰਦੇ ਨਾ ਤਨ ਤੇਰਾ, ਇਹ ਜਿਹੜਾ ਸਰੀਰ ਹੈ ਨਾ, ਇਹ ਤੇਰਾ ਨਹੀਂ। ਇਹ ਤਾਂ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਇਹ ਸਰੀਰ ਤਾਂ ਮਾਤਾ ਪਿਤਾ ਦੇ ਸੰਬੰਧ ਕਰਕੇ ਬਣਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰੇ ਸਰੀਰ ਦਾ ਸਰੂਪ, ਤੇਰੇ ਸਰੀਰ ਦੀ ਸੁੰਦਰਤਾਈ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ। ਸੰਗਤ ਜੀ, ਇਹ ਸਰੀਰ ਵੀ ਉਸ ਮਾਲਕ ਨੇ ਸਾਨੂੰ ਦਿੱਤਾ ਹੈ। ਇਸ ਕਰਕੇ ਤੂੰ ਇਸ ਸਰੀਰ ਦਾ ਮਾਣ ਨਾ ਕਰ, ਨਾ ਮਨ ਤੋਹੇ, ਤੇ ਨਾ ਹੀ ਇਸ ਸਰੀਰ ਦੇ ਅੰਦਰ ਜਿਹੜਾ ਸੂਖਮ ਮਨ ਹੈ ਉਹ ਵੀ ਤੇਰਾ ਨਹੀਂ। ਪਰ ਤੂੰ ਮਨ ਨੂੰ ਵੀ ਆਪਣਾ ਹੀ ਸਮਝਦਾ ਹੈ। ਇਹ ਮੇਰਾ ਮਨ ਨਹੀਂ ਮੰਨਦਾ। ਸੰਗਤ ਜੀ, ਅੱਜ ਦੇ ਸਮੇਂ ਅੰਦਰ ਤੇ ਅਸੀਂ ਗੁਰੂ ਕੀ ਬਾਣੀ ਤੇ ਵੀ ਤਰਕਾਂ ਕਰਦੇ ਹਾਂ, ਤੇ ਤਰਕ ਕਰਨ ਵਾਲੇ ਨੂੰ ਜੇ ਕੋਈ ਕਵੇ ਕਿ ਭਾਈ ਇਹ ਗੁਰੂ ਕੀ ਬਾਣੀ ਸੱਚੀ ਹੈ, ਇਸ ਬਾਣੀ ਤੇ ਤਰਕ ਨਾ ਕਰ, ਕਿ ਉਹ ਗਾੜੀਆਂ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਅਸੀਂ ਮਨ ਨੂੰ ਵੀ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾ ਇਹ ਸਰੀਰ ਤੇਰਾ ਹੈ ਤੇ ਨਾ ਹੀ ਇਹ ਮਨ ਤੇਰਾ ਹੈ। ਮਾਇਆ ਮੋਹੇ ਵਿਆਪਿਆ ਤੋਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਮਾਇਆ ਤੋਹੇ ਛਲ ਕਰਨ ਵਾਲੀ ਹੈ, ਇਹ ਮਾਇਆ ਜੀਵਾਂ ਨੂੰ ਛਲਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤੇਰਾ ਮਨ ਉਸ ਮਾਇਆ ਦੇ ਮੋਹ ਵਿੱਚ ਵਿਆਪਿਆ ਹੋਇਆ ਹੈ, ਫਸਿਆ ਹੋਇਆ ਹੈ।
ਮਾਇਆ ਬੰਦੇ ਨਾਲ ਧਰੋਹ ਕਰਦੀ ਹੈ। ਬੰਦਾ ਕੌਡੀ ਕੌਡੀ ਜੋੜ ਕੇ ਲੱਖਾਂ ਕਰੋੜਾਂ ਜੋੜਦਾ ਹੈ, ਤੇ ਸੰਗਤ ਜੀ ਕੋਈ ਬੇਈਮਾਨ ਬੰਦਾ ਉਹਦੇ ਜੋੜੇ ਹੋਏ ਲੱਖਾਂ ਕਰੋੜਾਂ ਤੇ ਬੇਈਮਾਨ ਹੋ ਕੇ ਉਹਨੂੰ ਸਦਾ ਦੀ ਨੀਂਦੇ ਸਵਾ ਦਿੰਦਾ ਹੈ, ਤੇ ਮਾਇਆ ਤੇ ਆਪ ਕਾਬਜ ਹੋ ਜਾਂਦਾ ਹੈ। ਇਸੇ ਕਰਕੇ ਹੀ ਭਗਤ ਜੀ ਨੇ ਕਿਹਾ ਹੈ, ਖਸਮ ਮਾਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ਼, ਆਗੇ ਨਰਕ ਇਹਾ ਭੋਗ ਬਿਲਾਸ। ਮਾਇਆ ਦਾ ਖਸਮ, ਮਾਇਆ ਜੋੜਨ ਵਾਲਾ, ਮਾਇਆ ਨੂੰ ਤਾਲਿਆਂ ਅੰਦਰ ਰੱਖਣ ਵਾਲਾ ਜਦੋਂ ਮਰ ਜਾਂਦਾ ਹੈ ਨਾ, ਤੇ ਉਸ ਮਾਇਆ ਦਾ ਰਖਵਾਲਾ ਕੋਈ ਹੋਰ ਬਣ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਰਖਵਾਲਾ ਉਸ ਮਾਇਆ ਦੇ ਨਾਲ ਭੋਗ ਬਿਲਾਸ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਤੇ ਜਦੋਂ ਉਹ ਰਖਵਾਲਾ ਮਰ ਜਾਂਦਾ ਹੈ ਤੇ ਸੰਗਤ ਜੀ ਫਿਰ ਉਹਨੂੰ ਅੱਗੇ ਨਰਕਾਂ ਵਿੱਚ ਪਾਇਆ ਜਾਂਦਾ ਹੈ। ਪਰ ਉਸ ਮਾਇਆ ਦਾ ਫਿਰ ਹੋਰ ਕੋਈ ਕਸਮ ਬਣ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਾਣੀ, ਇਹ ਮਾਇਆ ਬੰਦੇ ਨਾਲ ਛਲ ਕਰਦੀ ਹੈ, ਇਹ ਬੰਦਿਆਂ ਨੂੰ ਛਲਦੀ ਹੈ, ਤੇ ਤੇਰਾ ਮਨ ਇਸ ਮਾਇਆ ਦੇ ਮੋਹ ਵਿੱਚ ਹੀ ਵਿਆਪਿਆ ਹੋਇਆ ਹੈ, ਲੱਗਾ ਹੋਇਆ ਹੈ। ਮਾਇਆ ਮਨ ਹੋਣਾ ਵਿਸਰੈ, ਮੰਗੈ ਦਮਾ ਦਮ। ਸਾਹ ਸਾਹ ਨਾਲ ਮਾਇਆ ਮੰਗੀ ਜਾਂਦਾ ਹੈ, ਮਾਇਆ ਇਹਦੇ ਮਨ ਤੋਂ ਵਿਸਰਦੀ ਨਹੀਂ। ਕੁਦਮ ਕਰੈ ਗਾਡਰ ਜਿਉ ਛੇਲ। ਸੰਗਤ ਜੀ, ਕੁਦਮ ਦਾ ਅਰਥ ਹੈ ਕਲੋਲ ਕਰਨੀ, ਔਰ ਗਾਡਰ ਦਾ ਅਰਥ ਹੈ ਭੇਡ, ਅਤੇ ਛੇਲ ਦਾ ਅਰਥ ਹੈ ਭੇਡ ਦਾ ਬੱਚਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਭੇਡ ਤੇ ਭੇਡ ਦਾ ਬੱਚਾ ਛੇਲਾ ਜਿਹੜਾ ਹੈ ਨਾ, ਇਹ ਆਪਸ ਵਿੱਚ ਕਲੋਲਾਂ ਕਰਦੇ ਨੇ। ਅਚਿੰਤ ਜਾਲ ਕਾਲ ਚੱਕਰ ਪੇਲ। ਪਰ ਅਚਨ ਚੇਤ ਹੀ ਸੰਗਤ ਜੀ, ਕਸਾਈ ਜਿਹੜਾ ਹੈ ਨਾ, ਉਹਨੇ ਅਚਨ ਚੇਤ ਹੀ ਇਹਨਾਂ ਦੇ ਉੱਤੇ ਜਦੋਂ ਵਾਰ ਕੀਤਾ ਤੇ ਮੌਤ ਹੋ ਗਈ। ਇਹ ਭੇਡ ਤੇ ਉਹਦਾ ਛੇਲਾ ਜਿਹੜਾ ਬੱਚਾ ਸੀ, ਬੜੀਆਂ ਕਲੋਲਾਂ ਕਰਦੇ ਸਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਾਣੀ, ਤੂੰ ਵੀ ਉਸ ਭੇਡ ਤੇ ਭੇਡ ਦੇ ਬੱਚੇ ਵਾਂਗੂ ਮਾਇਆ ਨਾਲ ਕਲੋਲਾਂ ਕਰਦਾ ਹੈ। ਪਰ ਜਦੋਂ ਅਚਿੰਤ ਅਚਾਨਕ ਹੀ ਕਾਲ ਨੇ, ਮੌਤ ਨੇ
ਆਪਣੇ ਜਾਲ ਦਾ ਚੱਕਰ ਤੇਰੇ ਉੱਤੇ ਪੇਲ ਦਿੱਤਾ, ਪਾ ਦਿੱਤਾ, ਤੈਨੂੰ ਦਬਾ ਲਿਆ, ਤੇ ਫਿਰ ਇਹ ਤੇਰੀਆਂ ਕਲੋਲਾਂ ਜਿਹੜੀਆਂ ਨੇ ਨਾ ਉਹ ਵਿੱਚੇ ਰਹਿ ਜਾਣੀਆਂ। ਬੰਦਾ ਮਾਇਆ ਕਰਕੇ ਵੀ ਕਲੋਲਾਂ ਕਰਦਾ ਹੈ ਨਾ ਜੀ। ਪਰ ਸਤਿਗੁਰੂ ਜੀ ਕਹਿੰਦੇ ਜਿਵੇਂ ਭੇਡ ਤੇ ਭੇਡ ਦਾ ਬੱਚਾ ਕਲੋਲਾਂ ਕਰਦੇ ਨੇ, ਕੁੱਦਦੇ ਨੇ, ਨੱਚਦੇ ਟੱਪਦੇ ਨੇ, ਪਰ ਅਚਾਨਕ ਹੀ ਕਸਾਈ ਉਹਨਾਂ ਤੇ ਵਾਰ ਕਰ ਦਿੰਦਾ ਹੈ, ਮੌਤ ਦੇ ਘਾਟ ਉਤਾਰ ਦਿੰਦਾ ਹੈ। ਇਸ ਤਰ੍ਹਾਂ ਬੰਦਾ ਮਾਇਆ ਨਾਲ ਕਲੋਲਾਂ ਕਰਦਾ ਹੈ। ਮਾਇਆ ਭੇਡ ਹੈ ਤੇ ਬੰਦਾ ਚੇਲਾ ਹੈ। ਪਰ ਜਦੋਂ ਕਾਲ ਨੇ, ਮੌਤ ਨੇ ਇਹਦੇ ਉੱਤੇ ਜਾਲ ਦਾ ਚੱਕਰ ਪਾ ਦਿੱਤਾ ਤੇ ਸੰਗਤ ਜੀ ਉਹ ਸਾਰੀਆਂ ਕਲੋਲਾਂ ਜਿਹੜੀਆਂ ਨੇ ਵਿੱਚ ਹੀ ਰਹਿ ਜਾਂਦੀਆਂ ਨੇ। ਹਰ ਚਰਨ ਕਮਲ ਸਰਣਾਏ ਮਨਾ। ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਮੇਰੇ ਮਨਾ, ਤੂੰ ਉਸ ਹਰੀ ਵਾਹਿਗੁਰੂ ਦੇ ਪਵਿੱਤਰ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆਉਣਾ ਕਰ, ਸ਼ਰਨ ਗ੍ਰਹਿਣ ਕਰ। ਤੂੰ ਹਰੀ ਦੇ ਪਾਵਨ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਰਹਿਣਾ ਕਰ। ਰਾਮ ਨਾਮ ਜਪ ਸੰਗ ਸਹਾਈ। ਜੇ ਤੂੰ ਹਰੀ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਰਹੇਗਾ ਤੇ ਫਿਰ ਹਜ਼ੂਰ ਕਹਿੰਦੇ ਰਾਮ ਨਾਮ ਜਪ। ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਕਰ। ਪੁੱਛਿਆ ਜੀ ਨਾਮ ਤੇ ਮੈਂ ਜਪ ਲਵਾਂਗਾ, ਪਰ ਨਾਮ ਦਾ ਫਾਇਦਾ ਕੀ ਹੋਵੇਗਾ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਗ ਸਹਾਈ। ਨਾਮ ਇਸ ਲੋਕ ਵਿੱਚ ਤੇਰਾ ਸੰਗੀ ਹੋਵੇਗਾ ਅਤੇ ਪਰਲੋਕ ਵਿੱਚ ਤੇਰੀ ਸਹਾਇਤਾ ਕਰੇਗਾ। ਗੁਰਮੁਖ ਪਾਵਹਿ ਸਾਚ ਤਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਗੁਰਮੁਖ ਗੁਰੂ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕਰਕੇ ਨਾਮ ਰੂਪੀ ਸੱਚਾ ਧਨ ਪ੍ਰਾਪਤ ਕਰਦੇ ਨੇ, ਤੇ ਫਿਰ ਉਹ ਗੁਰਮੁਖਤਾਈ ਵਾਲਾ ਜੀਵਨ ਜਿਉਂਦੇ ਨੇ। ਇਸੇ ਤਰ੍ਹਾਂ ਹੈ ਪ੍ਰਾਣੀ, ਫਿਰ ਤੂੰ ਵੀ ਗੁਰਮੁਖਾਂ ਵਾਂਗੂ ਸੱਚਾ ਨਾਮ ਰੂਪੀ ਧਨ ਪ੍ਰਾਪਤ ਕਰੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਊਨੇ ਕਾਜ ਨਾ ਹੋਵਤ ਪੂਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਕੰਮ ਊਣੇ ਨੇ ਨਾ, ਅਧੂਰੇ ਨੇ, ਸੰਗਤ ਜੀ ਉਹ ਮਾਇਆ ਕਰਕੇ ਪੂਰੇ ਨਹੀਂ ਹੋ ਸਕਦੇ। ਅੱਜ ਦੇ ਸਮੇਂ ਵਿੱਚ ਸਾਨੂੰ ਇਹ ਬਹੁਤ ਵੱਡਾ ਭੁਲੇਖਾ ਹੈ ਕਿ ਜਿਹਦੇ ਕੋਲ 4 ਪੈਸੇ ਨੇ, ਮਾਇਆ ਹੈ, ਉਹਦੇ ਕੰਮ ਆਪਣੇ ਆਪ ਹੀ ਹੋਈ ਜਾਂਦੇ ਨੇ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਇਹ ਜਿਹੜੀ ਮਾਇਆ ਨਾ, ਇਹਨੇ ਕਿਸੇ ਦੇ ਵੀ ਕੰਮ ਪੂਰੇ ਨਹੀਂ ਕੀਤੇ। ਜਦੋਂ ਜੀਵ ਸੰਸਾਰ ਤੋਂ ਜਾਂਦਾ ਤੇ ਅਧੂਰਾ ਹੀ ਜਾਂਦਾ, ਉਹਦੇ ਕਈ ਕੰਮ ਜਿਹੜੇ ਵਿੱਚ ਹੀ ਰਹਿ ਜਾਂਦੇ ਨੇ, ਉਹ ਆਪਦੇ ਕਾਰਜਾਂ ਨੂੰ ਪੂਰੇ ਨਹੀਂ ਕਰ ਸਕਦਾ। ਕਾਮ ਕ੍ਰੋਧ ਮਦ ਸਦ ਹੀ ਝੂਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਵਾਸਨਾ ਵਿੱਚ ਫਸੇ ਹੋਏ ਜੀਵ, ਕ੍ਰੋਧ ਵਿੱਚ ਫਸੇ ਹੋਏ ਜੀਵ ਅਤੇ ਮਦ ਹੰਕਾਰ ਵਿੱਚ ਫਸੇ ਹੋਏ ਜੀਵ, ਮਦ ਨਾਮ ਨਸ਼ੇ ਦਾ ਸੰਗਤ ਜੀ। ਕਾਮ ਕ੍ਰੋਧ ਹੰਕਾਰ ਦਾ ਨਸ਼ਾ ਜਿਹੜਾ ਹੈ ਨਾ,
ਆ ਜਿਹੜੇ ਅੱਜ ਸੰਸਾਰ ਦੇ ਵਿੱਚ ਬੜੇ ਭਿਆਨਕ ਭਿਆਨਕ ਨਸ਼ੇ ਨੇ ਨਾ ਜੀ, ਇਹਨਾਂ ਨਾਲੋਂ ਵੀ ਮਾੜਾ ਨਸ਼ਾ ਹੈ ਕਾਮ, ਕ੍ਰੋਧ ਅਤੇ ਮਦ ਦਾ ਨਸ਼ਾ। ਇਹਨਾਂ ਨਸ਼ਿਆਂ ਨਾਲੋਂ ਵੀ ਮਾੜਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਕਾਮ ਵਾਸਨਾ ਵਿੱਚ, ਕ੍ਰੋਧ ਵਿੱਚ ਅਤੇ ਮਦ ਹੰਕਾਰ ਵਿੱਚ, ਨਸ਼ੇ ਵਿੱਚ ਫਸਿਆ ਹੋਇਆ ਹੈ, ਉਹ ਸਦਾ ਹੀ ਝੂਰਦਾ ਹੈ, ਉਹ ਸਦਾ ਹੀ ਝੁਰਦਾ ਰਹਿੰਦਾ ਹੈ। ਸੰਗਤ ਜੀ, ਨਾ ਤਾਂ ਉਹਦੀ ਕਾਮ ਵਾਸਨਾ ਪੂਰੀ ਹੁੰਦੀ ਹੈ, ਨਾ ਹੀ ਉਹ ਕ੍ਰੋਧ ਕਰਕੇ ਕਿਸੇ ਨੂੰ ਦਬਾ ਸਕਦਾ ਹੈ। ਉਹਨੂੰ ਭਾਵੇਂ ਇਹ ਮਦ ਹੰਕਾਰ ਦਾ ਨਸ਼ਾ ਤਾਂ ਸੀ, ਪਰ ਇਹਨਾਂ ਕਰਕੇ ਉਹਦੇ ਮਨ ਦੀਆਂ ਵਾਸ਼ਨਾਵਾਂ ਪੂਰੀਆਂ ਨਹੀਂ ਹੋਈਆਂ। ਇਸ ਕਰਕੇ ਹਜ਼ੂਰ ਕਹਿੰਦੇ ਸਦਾ ਹੀ ਝੁਰਦਾ ਹੈ। ਕਰੈ ਬੇਕਾਰ ਜੀਅਰੇ ਕੈ ਤਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪ੍ਰਾਣੀ, ਇਹ ਜੀਵ ਆਪਣੇ ਜੀਵ ਨੂੰ, ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਸੰਗਤ ਜੀ ਬੇਕਾਰ ਕਰਦਾ ਹੈ, ਵਾਸ਼ਨਾਵਾਂ ਭੋਗਦਾ ਹੈ ਕਿ ਮਨ ਖੁਸ਼ ਹੋ ਜਾਵੇ, ਪਰ ਮਨ ਫੇਰ ਵੀ ਨਹੀਂ ਖੁਸ਼ ਹੁੰਦਾ। ਕਰੈ ਬੇਕਾਰ ਜੀਅਰੇ ਕੇ ਤਾਈ। ਬੇਕਾਰ ਬੇਅਰਥ ਹੀ ਕੰਮ ਕਰਦਾ, ਜਿਹੜੇ ਨਹੀਂ ਕਰਨ ਵਾਲੇ ਉਹ ਵੀ ਕਰਦਾ ਹੈ ਆਪਣੇ ਜੀਵ ਨੂੰ ਖੁਸ਼ ਕਰਨ ਵਾਸਤੇ। ਗਾਫਲ ਸੰਗ ਨਤ ਸੂਆ ਜਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਗਾਫਲ ਹੈ, ਬੇਖਬਰ ਹੈ। ਜਿਵੇਂ ਇੱਕ ਬੱਚਾ ਹੈ ਨਾ ਜੀ, ਬੱਚਾ ਬੇਖਬਰ ਹੈ, ਬਾਲਕ ਬੁੱਧ ਅਚੇਤ ਹੈ, ਉਹ ਅਜੇ ਚੇਤੇ ਤੋਂ ਰਹਿਤ ਹੈ। ਉਹਨੇ ਜਿਵੇਂ ਜਿਵੇਂ ਵੱਡੇ ਹੋਣਾ ਤਿਵੇਂ ਤਿਵੇਂ ਉਹਨੇ ਚੇਤੇ ਵਿੱਚ ਪੈਰ ਰੱਖਣਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੱਡਾ ਹੋ ਕੇ ਵੀ ਜਿਹੜਾ ਪ੍ਰਾਣੀ ਹੈ ਨਾ, ਤੇ ਹਜ਼ੂਰ ਕਹਿੰਦੇ ਨੇ ਇਹ ਗਾਫਲ ਹੈ, ਬੇਖਬਰ ਹੈ। ਗਾਫਲ ਸੰਗ ਨ ਤਸੂਆ ਜਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬੇਖਬਰ ਪ੍ਰਾਣੀ, ਜਿਸ ਜੀਵ ਵਾਸਤੇ ਤੂੰ ਵਿਕਾਰ ਕਰਦਾ ਹੈ, ਉਹਨਾਂ ਵਿਕਾਰਾਂ ਨੇ ਇੱਕ ਤਸੂ ਵੀ ਨਾਲ ਤੇਰੇ ਨਾਲ ਨਹੀਂ ਜਾਣਾ। ਸੰਗਤ ਜੀ, ਜਿਹੜੇ ਮਕਾਨਾਂ ਦੇ ਕਾਰੀਗਰ ਨੇ ਨਾ, ਉਹ ਜਦੋਂ ਮਿਹਨਤੀ ਕਰਦੇ ਨੇ ਨਾ, ਤੇ ਉਹ ਮੀਟਰ ਦਾ ਜਿਹੜਾ 24ਵਾਂ ਹਿੱਸਾ ਨਾ ਗਾਈ ਦਾ, ਉਹਨੂੰ ਤਸੂ ਕਹਿੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੰਚਕ ਮਾਤਰ ਵੀ ਇਹਦੇ ਵਿੱਚੋਂ ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਨਹੀਂ। ਧਰਤ ਧੋਹ ਅਨਕ ਛਲ ਜਾਣੈ। ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਧੋ, ਧਰੋ ਕਰਨਾ, ਛਲ ਕਪਟ ਕਰਨਾ, ਧਰਤ ਧਾਰਨ ਕੀਤਾ ਹੋਇਆ ਹੈ। ਤੂੰ ਜੀਵਾਂ ਨੂੰ ਕਿਵੇਂ ਚੱਲਦਾ ਹੈ, ਇਹਨਾਂ ਨਾਲ ਠੱਗੀਆਂ ਟੋਰੀਆਂ ਕਿਵੇਂ ਮਾਰਦਾ ਹੈ, ਇਹ ਤੂੰ ਜਿਹੜਾ ਕਪਟ ਹੈ ਇਹਨੂੰ ਧਾਰਨ ਕੀਤਾ ਹੋਇਆ ਹੈ। ਅਨਕ ਛਲ ਜਾਣੈ, ਤੇ ਅਨੇਕਾਂ ਹੀ ਤੂੰ ਛਲ ਵੱਲ ਜਾਂਦਾ ਹੈ, ਬੜੀ ਚਤਰਾਈ ਕਰਦਾ ਹੈ ਕਿ ਮੈਂ ਇਸ ਤਰੀਕੇ ਨਾਲ ਇਹਨੂੰ ਚੱਲ ਸਕਦਾ ਹੈ, ਇਸ ਤਰੀਕੇ ਨਾਲ ਇਹਨੂੰ ਥੱਲੇ ਲਾ ਸਕਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਇਹ ਕਾਰਜ ਤਾਂ ਤੂੰ ਕਰਦਾ। ਕੌਡੀ ਕੌਡੀ ਕਉ ਖਾਕ ਸਿਰ ਸ਼ਾਨੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੌਡੀ ਕੌਡੀ ਬਦਲੇ।
ਤੂੰ ਆਪਣੇ ਸਿਰ ਦੇ ਵਿੱਚ ਖਾਗ ਛਾਨਣਾ ਹੈ, ਸਵਾ ਪੁਆਈ ਫਿਰਦਾ ਹੈ। ਸੰਗਤ ਜੀ, ਕੌਡੀ ਜਿਹੜੀ ਹੈ ਨਾ, ਡਾਕਟਰ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਕੋਸ਼ ਵਿੱਚ ਇਹਦਾ ਅਰਥ ਕੀਤਾ ਹੈ, ਇੱਕ ਪੈਸੇ ਦੀਆਂ ਲਗਭਗ 60 ਕੌਡੀਆਂ ਹੁੰਦੀਆਂ ਨੇ। 60 ਕੌਡੀਆਂ ਇੱਕ ਪੈਸੇ ਦੀਆਂ। ਹੁਣ ਕੌਡੀ ਦੀ ਤੇ ਕੋਈ ਕੀਮਤ ਨਹੀਂ ਨਾ ਜੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੌਡੀ ਕੌਡੀ ਬਦਲੇ। ਲੋਕਾਂ ਦੀਆਂ ਲਾਹਣਤਾ ਰੂਪੀ ਜਿਹੜੀ ਖਾਕ ਹੈ ਨਾ, ਸੁਭਾਅ ਹੈ, ਉਹ ਤੂੰ ਆਪਣੇ ਸਿਰ ਵਿੱਚ ਭਵਾਉਣਾ ਹੈ, ਛਾਣਦਾ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਗਰੀਬ ਨਵਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਅਤੇ ਨਾਲ ਆਪਣੀ ਉਮਰ ਵਿੱਚੋਂ 6 ਕੁ ਸਾਲ ਦਾ ਸਮਾਂ ਹਜ਼ੂਰ ਨੇ ਬਖਸ਼ਿਸ਼ ਕੀਤਾ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ 6 ਸਾਲਾਂ ਦੀ ਉਮਰ ਵਿੱਚ ਸੰਗਤ ਜੀ, ਜਿੱਥੇ ਬੇਅੰਤ ਬਾਣੀ ਦਾ ਉਚਾਰਨ ਕੀਤਾ, ਅੰਮ੍ਰਿਤਸਰ ਸ਼ਹਿਰ ਵਸਾਉਣਾ ਕੀਤਾ, 52 ਕਿੱਤਿਆਂ ਦੇ ਲੋਕਾਂ ਨੂੰ ਇੱਥੇ ਘਰ ਬਣਾ ਕੇ ਦਿੱਤੇ ਅਤੇ ਫਿਰ ਪੂਰਨ ਕਾਲ ਖਟਾਇਆ। ਸਤਿਗੁਰਾਂ ਨੇ ਇਹ ਹਰਿਮੰਦਰ ਸਾਹਿਬ ਜੀ ਵਾਲਾ ਜੋ ਤਾਲ ਸਰੋਵਰ ਹੈ, ਇਹ ਪੂਰਨ ਤੌਰ ਤੇ ਇਹਨੂੰ ਖੁਦਵਾਇਆ ਸੀ ਔਰ ਸਤਿਗੁਰੂ ਜੀ ਨੇ ਬੇਅੰਤ ਸੰਗਤਾਂ ਦੇ ਹਿਰਦਿਆਂ ਅੰਦਰ ਗੁਰ ਸ਼ਬਦ ਦੀ, ਨਾਮ ਦੀ ਜੋਤ ਜਗਾਉਣਾ ਕੀਤੀ। ਥੋੜੇ ਸਮੇਂ ਦੇ ਵਿੱਚ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਕਾਰਜ ਕੀਤੇ। ਤੇ ਆਪਾਂ ਕੱਲ ਇਤਿਹਾਸ ਸਰਵਣ ਕੀਤਾ ਸੀ, ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ 6 ਸਾਲਾਂ ਦੀ ਉਮਰ ਪੁੱਗ ਰਹੀ ਸੀ ਨਾ, ਉਦੋਂ ਹਜ਼ੂਰ ਨੇ ਆਪਣੇ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਸੀ। ਆਖਿਆ ਤੁਹਾਡੇ ਤਾਏ ਦੇ ਪੁੱਤਰ ਦਾ ਵਿਵਾਹ ਹੈ, ਆਨੰਦ ਕਾਰਜ ਹੈ। ਤੇ ਸੰਗਤ ਜੀ, ਉਸ ਵੇਲੇ ਬਾਬਾ ਪਿਰਤੀ ਚੰਦ ਨੂੰ ਬੁਲਾਇਆ, ਉਹਨੇ ਵੀ ਨਾ ਕਰ ਦਿੱਤੀ। ਕਹਿਣ ਲੱਗਾ ਜੇ ਮੈਂ ਚਲੇ ਗਿਆ ਤੇ ਮਗਰੋਂ ਸੰਗਤਾਂ ਨੂੰ ਕੌਣ ਸੰਭਾਲੇਗਾ। ਮਹਾਦੇਵ ਨੂੰ ਕਿਹਾ, ਉਹ ਕਹਿਣ ਲੱਗਾ ਜੀ ਨਾ ਕੋਈ ਤਾਇਆ, ਨਾ ਕੋਈ ਚਾਚਾ, ਨਾ ਕੋਈ ਰਿਸ਼ਤੇਦਾਰ, ਮੈਂ ਐਵੇਂ ਕਿਹਦੇ ਤੁਰਿਆ ਫਿਰਾਂ। ਫਿਰ ਸਤਿਗੁਰਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ, ਹਜ਼ੂਰ ਝੱਟ ਤਿਆਰ ਹੋ ਗਏ। ਹੁਕਮ ਮੰਨਿਆ ਗੁਰੂ ਰਾਮਦਾਸ ਜੀ ਦਾ, ਲਾਹੌਰ ਚਲੇ ਗਏ। ਤੇ ਤੁਰਨ ਤੋਂ ਪਹਿਲਾਂ ਸਤਿਗੁਰੂ ਰਾਮਦਾਸ ਜੀ ਨੇ ਕਿਹਾ ਸੀ, ਬੇਟਾ ਜਿੰਨਾ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਆਉਣਾ ਨਹੀਂ। ਸੰਗਤ ਜੀ, ਲਾਹੌਰ ਗਏ, ਵਿਆਹ ਕਾਰਜ ਸਾਰੇ ਸੰਪੂਰਨ ਹੋਏ। ਫਿਰ ਆਪ ਜੀ ਧਰਮਸ਼ਾਲਾ ਵਿੱਚ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ, ਕਥਾ ਕੀਰਤਨ ਹੁੰਦਾ ਰਿਹਾ। ਸਮਾਂ ਲੰਘ ਗਿਆ ਪਰ ਅਜੇ ਸਤਿਗੁਰੂ ਜੀ ਦਾ ਕੋਈ ਹੁਕਮ ਨਹੀਂ ਸੀ ਗਿਆ। ਫਿਰ ਸਤਿਗੁਰੂ ਜੀ ਨੇ ਚਿੱਠੀਆਂ ਲਿਖੀਆਂ ਤੇ ਸੰਗਤ ਜੀ, ਉਹ ਚਿੱਠੀਆਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਤੇਰਾ ਮੁਖ ਸੁਹਾਵਾ ਜੀਓ ਸਾਹਿਤ ਬਾਣੀ, ਇਹ ਦੂਜੀ ਚਿੱਠੀ ਸੀ। ਇਹ 2 ਚਿੱਠੀਆਂ ਪਿਰਤੀਏ ਦੇ ਹੱਥ ਆ ਗਈਆਂ ਡਾਕੀਏ ਕੋਲੋਂ। ਜਦੋਂ ਤੀਜੀ ਚਿੱਠੀ ਆਈ ਤੇ ਉਹ ਡਾਕੀਆ ਅੱਖ ਬਚਾ ਕੇ ਗੁਰੂ ਰਾਮਦਾਸ ਜੀ ਦੇ ਕੋਲ ਆ ਗਿਆ। ਮਹਾਰਾਜ ਸਾਹਿਬ ਜੀ ਨੇ ਜਦੋਂ ਤੀਜੀ
चिट्ठी पढ़ी ना, एक घड़ी ना मिलते ता कलयुग होता, ते थले अंक 3 पिया सी। हजूर ने डाकीए नूं पुछया कि मित्रा ये तीजी चिट्ठी है, 2 चिट्ठियां पहला भी आईयां होणगीਆਂ ते वो चिट्ठियां कित्थे ने? आख्या जी वो तुहाडे साहिबजादे कोल है। सतगुरां ने बाबा पिरथी चंद नूं कोल सद के पुछया भी अर्जन दीयां 2 चिट्ठियां आईयां ने ते पता लगा तुहाडे कोल है। ते साफ ही मुकर गया, कहन लगा मेरे कोल कोई चिट्ठी नहीं अर्जन दी। महाराज साहब जी कहते भी वो सिख डाकिया कह रहा सी भी पिरथी चंद कोल 2 चिट्ठियां मैं दे गया। कहन लगा जी वो तुहाडा सिख झूठ बोलदा है, ਉਹਦੇ ਪਿੱਛੇ ਲੱਗ ਕੇ ਤੁਸੀਂ ਵੀ ਝੂਠ ਬੋਲੀ ਜਾਂਦੇ ਹੋ। ਜਿਹੜੇ ਨਲਾਇਕ ਬੱਚੇ ਹੁੰਦੇ ਨੇ ਨਾ ਜੀ, ਉਹ ਆਪਣੇ ਮਾਪਿਆਂ ਦੇ ਅੱਗੇ ਬਹੁਤ ਬੋਲਦੇ ਨੇ। ਹੁਣ ਪਿਰਥੀ ਚੰਦ ਵੀ ਬੋਲਦਾ ਸੀ। ਹਜੂਰ ਚੁੱਪ ਕਰ ਗਏ, ਸ਼ਾਂਤੀ ਦੇ ਸਾਗਰ ਸ਼ਾਂਤ ਹੋ ਗਏ। ਤੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ, ਜਾਓ ਇਹਦੇ ਘਰੋਂ ਚਿੱਠੀਆਂ ਲਿਆਓ ਕੱਢ ਕੇ। ਸਿੱਖ ਗਿਆ ਤੇ ਉਹਨੇ ਬੀਬੀ ਕਰਮੋਂ ਨੂੰ ਜਾ ਕੇ ਕਿਹਾ, ਬੀਬੀ ਜੀ ਬਾਬਾ ਜੀ ਕੋਟ ਮੰਗਦੇ ਨੇ। ਬਾਬਾ ਪਿਰਥੀ ਚੰਦ ਜੀ ਨੇ ਮੈਨੂੰ ਭੇਜਿਆ ਕੋਟ ਲੈਣ ਵਾਸਤੇ। ਤੇ ਬੀਬੀ ਕਰਮੋਂ ਨੇ ਕੋਟ ਲਾ ਕੇ ਫੜਾ ਦਿੱਤਾ ਤੇ ਉਹ ਗੁਰੂ ਕਾ ਸਿੱਖ ਕੋਟ ਲੈ ਕੇ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਦਰਬਾਰ ਸੱਜਿਆ ਹੋਇਆ ਸੀ ਤੇ ਹਜੂਰ ਕਹਿੰਦੇ ਕੋਟ ਦੀ ਜੇਬ ਵਿੱਚੋਂ ਚਿੱਠੀਆਂ ਕੱਢੋ। ਹੁਣ ਪਿਰਥੀ ਵੀ ਉੱਥੇ ਬੈਠਾ ਹੋਇਆ ਸੀ। ਜਦੋਂ ਚਿੱਠੀਆਂ ਕੱਢੀਆਂ ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਬੇਟਾ ਸਿੱਖ ਝੂਠ ਬੋਲਦੇ ਨੇ, ਝੂਠਾ ਤੇ ਤੂੰ ਹੈ। ਆਹ 2 ਚਿੱਠੀਆਂ ਤੇਰੀ ਜੇਬ ਵਿੱਚੋਂ ਨਿਕਲੀਆਂ ਨੇ ਤੇ ਤੂੰ ਕਹਿ ਰਿਹਾ ਸੀ ਮੇਰੇ ਕੋਲ ਚਿੱਠੀ ਕੋਈ ਨਹੀਂ ਆਈ। ਆਖਰ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਜੀ ਜਾਓ ਜਾ ਕੇ ਲਾਹੌਰੋਂ ਅਰਜਨ ਨੂੰ ਲੈ ਕੇ ਆਓ। ਬਾਬਾ ਜੀ ਗਏ, ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰੋਂ ਲੈ ਕੇ ਆਏ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਬਾਬਾ ਜੀ ਦੱਸੋ ਹੁਣ ਅਰਜਨ ਗੁਰਤਾ ਗੱਦੀ ਦੇ ਯੋਗ ਹੈ? ਆਖਿਆ ਸਤਿਗੁਰੂ ਆਪ ਜੀ ਦਾ ਸਰੂਪ ਹੈ, ਆਪ ਜੀ ਦੀ ਆਗਿਆ ਵਿੱਚ ਚੱਲਣ ਵਾਲਾ ਆਪ ਜੀ ਦਾ ਸਾਹਿਬਜ਼ਾਦਾ ਹੈ। ਸੰਗਤ ਜੀ ਸਤਿਗੁਰਾਂ ਨੇ ਜਿਹੜਾ ਕੱਲ ਦਾ ਦਿਹਾੜਾ ਲੰਘਿਆ ਨਾ ਭਾਦਰੋਂ ਸੁਦੀ ਦੂਜ ਦਾ, ਸਤਿਗੁਰਾਂ ਨੇ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਹੈ। ਜਦੋਂ ਗੁਰਤਾ ਗੱਦੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਾਪਤ ਹੋਈ ਤੇ ਪਿਰਥੀ ਚੰਦ ਤਾਂ ਫਿਰ ਉਬਲਿਆ ਫਿਰਦਾ ਸੀ ਜੀ। ਇਹ ਗੁਰਤਾ ਗੱਦੀ ਦੇ ਕਾਰਜ ਤੋਂ ਬਾਅਦ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਲ ਗਿਆ। ਕਹਿਣ ਲੱਗਾ, ਬਾਬਾ ਮੈਂ ਤੈਨੂੰ ਗੁਰੂ ਨਾਨਕ ਦਾ ਅਨੰਨ ਪਿਆਰਾ ਗੁਰਸਿੱਖ ਸਮਝਦਾ ਸਾਂ, ਮੈਂ ਤੇਰਾ ਬੜਾ ਸਤਿਕਾਰ ਕਰਦਾ ਸਾਂ ਕਿ ਤੂੰ ਗੁਰੂ ਨਾਨਕ ਦਾ ਸਿੱਖ ਹੈ। ਗੁਰੂ ਨਾਨਕ ਨੇ ਤੈਨੂੰ ਬਚਨ ਕੀਤਾ ਸੀ, ਬੁੱਢਿਆ ਤੈਨੂੰ ਅੱਖੋਂ ਓਲੇ ਨਾ ਕਰਸਾਂ, ਪਰ ਅੱਜ ਤੂੰ ਬਹੁਤ ਵੱਡਾ ਧਰੋਹ ਕਮਾਇਆ ਮੇਰੇ ਨਾਲ। ਬਾਬਾ ਜੀ ਸ਼ਾਂਤ ਚਿੱਤ ਸੁਣਦੇ ਰਹੇ ਪਿਰਥੀ ਚੰਦ ਦੀ ਗੱਲ। ਕਹਿਣ ਲੱਗਾ, ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਮੇਰੇ ਪਿਓ ਨੂੰ ਸਮਝਾਉਂਦੇ ਕਿ ਤੁਹਾਡਾ ਪੁੱਤਰ ਗੁਰਤਾ ਗੱਦੀ ਦੇ ਲਾਇਕ ਯੋਗ ਹੈ। ਤੁਸੀਂ ਆਪਣੇ ਵੱਡੇ ਪੁੱਤਰ ਨੂੰ ਗੁਰਤਾ ਗੱਦੀ ਬਖਸ਼ੋ, ਤੁਹਾਡਾ ਫਰਜ਼ ਬਣਦਾ ਸੀ ਨਾ। ਤੁਸੀਂ ਝੱਟ ਉੱਠ ਕੇ
ਤੇ ਮੇਰੇ ਛੋਟੇ ਭਾਈ ਦੇ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ। ਕਿਧਰ ਦੀ ਤੁਹਾਡੀ ਸਿਆਣਪ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਭਾਈ ਪਿਰਥੀ ਚੰਦ, ਇਹ ਜਿਹੜੀ ਗੁਰਤਾ ਗੱਦੀ ਹੈ ਨਾ, ਇਹ ਕੋਈ ਦੁਨਿਆਵੀ ਵਸਤੂ ਨਹੀਂ। ਇਹ ਤਾਂ ਪਰਮੇਸ਼ਰ ਵੱਲੋਂ ਜਿਹਨੂੰ ਧੁਰੋਂ ਲਿਖੀ ਹੈ ਨਾ, ਉਹਨੂੰ ਪ੍ਰਾਪਤ ਹੁੰਦੀ ਹੈ, ਦੂਜਾ ਬੰਦਾ ਨਹੀਂ ਲੈ ਸਕਦਾ। ਕਹਿਣ ਲੱਗਾ, ਬਾਬਾ ਤੂੰ ਕਹਿਣਾ ਨਾ ਦੂਜਾ ਬੰਦਾ ਨਹੀਂ ਲੈ ਸਕਦਾ, ਮੈਂ ਹੁਣ ਤੈਨੂੰ ਲੈ ਕੇ ਵਿਖਾਊਂਗਾ। ਫਿਰ ਗੁਰੂ ਰਾਮਦਾਸ ਜੀ ਦੇ ਕੋਲ ਆ ਗਿਆ ਸੰਗਤ ਜੀ। ਆ ਕੇ ਗੁਰੂ ਰਾਮਦਾਸ ਜੀ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਆਖਿਆ, ਤੁਹਾਨੂੰ ਪਤਾ ਸੀ ਮੈਂ ਵੱਡਾ ਹਾਂ, ਗੁਰਤਾ ਗੱਦੀ ਦਾ ਹੱਕ ਮੇਰਾ ਸੀ, ਤੁਸੀਂ ਮੇਰਾ ਹੱਕ ਮਾਰਿਆ ਹੈ, ਛੋਟੇ ਨੂੰ ਹੱਕ ਦੇ ਦਿੱਤਾ ਹੈ। ਆਖਿਆ, ਮੇਰੀ ਦਰਬਾਰੇ ਸਰਕਾਰੇ ਦਰਬਾਰੇ ਗੱਲ ਚੱਲਦੀ ਹੈ ਤੇ ਮੇਰੇ ਕੋਲ 4 ਪੈਸੇ ਵੀ ਨੇ, ਮੈਂ ਉਹ ਪੈਸੇ ਵਗਾ ਕੇ ਪੈਸੇ ਦੇ ਕੇ ਹੁਣ ਗੁਰਤਾ ਗੱਦੀ ਪ੍ਰਾਪਤ ਕਰਾਂਗਾ। ਤੇ ਗੁਰੂ ਰਾਮਦਾਸ ਜੀ ਦੇ ਸਾਹਮਣੇ ਬੋਲਦਾ ਪਿਰਥੀ ਚੰਦ, ਕਹਿੰਦਾ ਤੁਹਾਡੇ 5 ਪੈਸੇ ਤੇ ਨਾਰੀਅਲ ਤੇ ਬਾਬੇ ਬੁੱਢੇ ਦਾ ਲਾਇਆ ਤਿਲਕ ਕੀ ਮੁਆਇਨਾ ਰੱਖੂਗਾ ਜਦੋਂ ਸਰਕਾਰੀ ਬੰਦਿਆਂ ਨੇ ਆਣ ਕੇ ਮੈਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ। ਉਦੋਂ ਇਹ ਸਾਰੇ ਤੁਹਾਡੇ 5 ਪੈਸੇ ਤੇ ਨਾਰੀਅਲ ਖਤਮ ਹੋ ਜਾਣੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਸ਼ਾਂਤ ਸੁਭਾਅ ਨਾਲ ਸਮਝਾਉਣਾ ਕੀਤਾ। ਸਾਰੰਗ ਰਾਗ ਵਿੱਚ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੀ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜੜੇ ਬਡੀਰੇ ਤੁਮ ਹੋ, ਤਿੰਨ ਸਿਓ ਝਗਰਤ ਪਾਪ। ਆਖਿਆ, ਪਿਰਥੀ ਚੰਦ ਬੇਟਾ, ਪਿਤਾ ਨਾਲ ਝਗੜਾ ਨਹੀਂ ਕਰੀਦਾ। ਜਿਸ ਪਿਤਾ ਨੇ ਤੁਹਾਨੂੰ ਜਨਮ ਦਿੱਤਾ ਹੈ ਨਾ, ਉਸ ਪਿਤਾ ਨਾਲ ਝਗੜਾ ਕਰਨਾ ਇੱਕ ਬਹੁਤ ਵੱਡਾ ਪਾਪ ਹੈ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਦਾ ਆਪ। ਤੇ ਗੁਰੂ ਰਾਮਦਾਸ ਜੀ ਕਹਿਣ ਲੱਗੇ, ਜਿਸ ਪੈਸਿਆਂ ਦਾ ਤੂੰ ਹੰਕਾਰ ਕਰਦਾ ਹੈ ਨਾ, ਇਹ ਕਿਸੇ ਦੇ ਆਪਣੇ ਨਹੀਂ। ਪਿਰਥੀ ਚੰਦ ਬੇਟਾ, ਇਹ ਕਿਸੇ ਦੇ ਆਪਣੇ ਨਹੀਂ, ਇਹ ਤਾਂ ਪਰਮੇਸ਼ਰ ਦੀ ਮਾਇਆ ਹੈ। ਸੰਗਤ ਜੀ ਇਸ ਤਰ੍ਹਾਂ ਸਮਝਾਇਆ, ਪਰ ਉਹ ਪਿਰਥੀ ਚੰਦ ਨਾ ਸਮਝਿਆ। ਕਹਿਣ ਲੱਗਾ, ਵੇਖਿਓ ਹੁਣ ਮੈਂ ਤੁਹਾਨੂੰ ਪਿਓ ਪੁੱਤਾਂ ਨੂੰ ਸਰਕਾਰ ਤੋਂ ਐਸੀ ਸਜ਼ਾ ਦਵਾਵਾਂਗਾ, ਦੁਨੀਆ ਦੇ ਲੋਕ ਖਲੋ ਕੇ ਵੇਖਣਗੇ। ਆਖਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਸੰਗਤ ਜੀ, ਕੱਲ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਤੇ ਹਜ਼ੂਰ ਨੇ ਕੱਲ ਹੀ ਇਥੋਂ ਚਾਲੇ ਪਾਏ। ਬਾਬਾ ਬੁੱਢਾ ਸਾਹਿਬ ਜੀ, ਸਤਿਗੁਰਾਂ ਨੇ ਆਪਣੇ ਧਰਮ ਸੁਪਤਨੀ ਬੀਬੀ ਭਾਨੀ ਜੀ ਨੂੰ ਕਿਹਾ, ਤਿਆਰੀ ਕਰੋ, ਸਮਾਂ ਨਜ਼ਦੀਕ ਆ ਗਿਆ ਹੈ, ਹੁਣ ਅਸੀਂ ਆਪਣਾ 5 ਭੂਤਕ ਸਰੀਰ ਤਿਆਗ ਦੇਣਾ ਹੈ। ਸੰਗਤ ਜੀ, ਗੁਰਤਾ ਗੱਦੀ ਬਖਸ਼ਿਸ਼ ਕਰਕੇ ਹਜ਼ੂਰ ਪਰਿਵਾਰ ਨੂੰ ਨਾਲ ਲੈ ਕੇ, ਕੋਈ ਗੁਰਸਿੱਖਾਂ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਚਲੇ ਗਏ। ਰਾਤ ਬਤੀਤ ਕੀਤੀ ਹੈ। ਸਤਿਗੁਰੂ ਜੀ ਅੱਜ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਕਰਕੇ ਹਜ਼ੂਰ ਨੇ ਨਿਤਨੇਮ ਕੀਤਾ, ਫਿਰ ਸਮਾਧੀ ਵਿੱਚ ਜੁੜ ਗਏ। ਫਿਰ ਸਮਾਧੀ ਖੁੱਲੀ ਹੈ। ਫਿਰ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਗੁਰੂ ਅਰਜਨ ਦੇਵ ਜੀ ਅੱਜ ਤੋਂ ਸਾਡਾ ਸਰੂਪ ਨੇ ਤੇ ਇਹਨਾਂ ਦੇ ਚਰਨੀ ਲੱਗਣਾ ਤੇ ਇਹਨਾਂ ਦਾ ਅਦਬ ਸਤਿਕਾਰ ਕਰਨਾ। ਬਾਬਾ ਮੋਹਨ ਤੇ ਮੋਰੀ ਜੀ ਨੂੰ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਸੰਗਤ ਜੀ, ਆਖਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਭਾਦਰੋਂ ਸੁਦੀ ਤੀਜ ਅੱਜ ਦਾ ਜਿਹੜਾ ਦਿਹਾੜਾ ਹੈ, ਇਸ ਦਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਸੱਚਖੰਡ ਜਾ ਬਰਾਜੇ, ਪੰਜ ਭੂਤਕ ਸਰੀਰ ਤਿਆਗ ਦਿੱਤਾ। ਜਦੋਂ ਪੱਗ ਬੰਨਣ ਦਾ ਸਮਾਂ ਆਇਆ ਤੇ ਪਿਰਥੀ ਚੰਦ ਨੇ ਫੇਰ ਬੜਾ ਰੌਲਾ ਰੱਪਾ ਕੀਤਾ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਦਸਤਾਰ ਸੀ ਨਾ, ਪੱਗ ਸੀ, ਉਹ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਵੀ ਜਦੋਂ ਪਿਰਥੀ ਚੰਦ ਨੇ ਸੰਗਤ ਵਿੱਚ ਖਲੋ ਕੇ ਰੌਲਾ ਪਾਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਰਾਤਾ ਜੀ, ਜੇ ਪੱਗ ਬੰਨਿਆ ਗੁਰੂ ਬਣ ਜਾਈਦਾ ਹੈ ਨਾ, ਤੇ ਆ ਪੱਗ ਤੁਸੀਂ ਲੈ ਲਵੋ। ਕੁਝ ਸਾਡੇ ਵਿਦਵਾਨਾਂ ਨੇ ਇਉਂ ਵੀ ਜ਼ਿਕਰ ਕੀਤਾ ਹੈ, ਗੁਰਤਾ ਗੱਦੀ ਦੀ ਪੱਗ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਬੱਧੀ ਹੈ, ਤੇ ਜਿਹੜੀ ਸੰਗਤ ਜੀ ਸੰਸਾਰੀ ਪੱਗ ਸੀ ਉਹ ਪਿਰਥੀ ਚੰਦ ਨੂੰ ਬੱਧੀ ਹੈ। ਔਰ ਇਸ ਤਰੀਕੇ ਨਾਲ ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਸਤਿਗੁਰਾਂ ਦਾ ਅੱਜ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ। ਸੰਗਤ ਜੀ ਸਤਿਗੁਰਾਂ ਨੂੰ ਕੋਟਾਨ ਕੋਟ ਨਮਸਕਾਰ ਹੈ। ਦੂਜੇ ਪਾਸੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਸੰਗਤ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਸੁਭਾਏਮਾਨ ਸਨ ਤੇ ਇੱਕ ਸਿੱਖ ਦੱਖਣੀ ਓਂਕਾਰ ਦਾ ਪਾਠ ਕਰਦਾ ਸੀ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੇ ਗੁਰਸੂਰਾ। ਤੇ ਉਹ ਕੈ ਦੀ ਥਾਂ ਤੇ ਕੇ ਪੜ੍ਹਦਾ ਸੀ। ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੇ ਗੁਰਸੂਰਾ। ਇਹ ਕਰਤੇ ਦੀ ਮਿਤ ਮਰਜ਼ਾਦਾ ਨੂੰ ਕਰਤਾ ਤੇ ਜਾਣਦਾ, ਪਰ ਗੁਰੂ ਸੂਰਮਾ ਕੀ ਜਾਣਦਾ ਹੈ। ਇਹਦਾ ਅਰਥ ਸੀ ਕਰਤੇ ਦੀ ਮਰਜ਼ਾਦਾ ਨੂੰ ਕਰਤਾ ਪੁਰਖ ਜਾਣਦਾ ਹੈ ਤੇ ਜਾਂ ਗੁਰੂ ਸੂਰਮਾ ਜਾਣਦਾ ਹੈ। ਸਤਿਗੁਰਾਂ ਨੇ ਆਵਾਜ਼ ਦਿੱਤੀ, ਭਾਈ ਬਾਣੀ ਸ਼ੁੱਧ ਪੜ੍ਹ। ਉਹ ਬਾਣੀ ਪੜ੍ਹਨ ਵਿੱਚ ਮਸਤ ਸੀ। ਉਹ ਇਸ ਤਰ੍ਹਾਂ ਹੀ ਪੜ੍ਹੀ ਗਿਆ, ਦੁਲਾਵਾਂ ਦੀ ਥਾਂ ਤੇ ਲਾਂ ਲਾਈ ਗਿਆ। ਸਤਿਗੁਰਾਂ ਨੇ ਭਾਈ ਆਲਮ ਸਿੰਘ ਜੀ ਨੂੰ ਕਿਹਾ, ਕਹਿਣ ਲੱਗੇ, ਭਾਈ ਆਲਮ ਸਿੰਘ ਜੀ, ਇਹਦੇ ਇੱਕ ਚੱਟਾ ਮਾਰੋ। ਚੱਟਾ ਤੋਂ ਭਾਵ ਚਪੇੜ। ਉਹ ਸਿੱਖ ਨੇ, ਭਾਈ ਆਲਮ ਸਿੰਘ ਨੇ ਜਾ ਕੇ ਚਪੇੜ ਮਾਰੀ। ਹੁਣ ਜਿਹਦੇ ਚਪੇੜ ਵੱਜੀ ਹੋਵੇ ਸੰਗਤ ਜੀ, ਉਹ ਕਦੋਂ ਸ਼ਾਂਤ ਸੁਭਾਅ ਰਹਿੰਦਾ, ਉਹ ਅੱਗ ਬਬੋਲਾ ਹੋ ਗਿਆ। ਦੀਵਾਨ ਦੀ ਸਮਾਪਤੀ ਹੋਈ। ਸਤਿਗੁਰਾਂ ਦੇ ਕੋਲ ਆ ਗਿਆ, ਕਹਿਣ ਲੱਗਾ, ਮਹਾਰਾਜ ਤੁਸੀਂ ਕਹਿੰਦੇ ਹੋ ਬਾਣੀ ਪੜ੍ਹਿਆ ਕਰੋ, ਇਹ ਪਰਲੋਕ ਵਿੱਚ ਤੁਹਾਡੀ ਸਹਾਇਤਾ ਕਰੇਗੀ। ਮਹਾਰਾਜ ਨੇ ਪਰਲੋਕ ਵਿੱਚ ਸਾਡੀ ਸਹਾਇਤਾ ਕੀ ਕਰਨੀ ਆ? ਬਾਣੀ ਪੜ੍ਹਿਆ ਤੇ ਇੱਥੇ ਚਪੇੜਾਂ ਪੈਣ ਡਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਸਿੱਖਾ ਤੈਨੂੰ ਇੱਕ ਚਪੇੜ ਦਾ ਇੰਨਾ ਦਰਦ ਹੋਇਆ ਹੈ ਤੇ ਗੁਰੂ ਕੀ ਬਾਣੀ ਗੁਰੂ ਕੇ ਅੰਗ ਨੇ, ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਤੇ ਤੂੰ ਗੁਰੂ ਕੀ ਬਾਣੀ ਦੇ ਅੰਗ ਭੰਗ ਕਰ ਰਿਹਾ ਸੀ ਤੇ ਗੁਰੂ ਨੂੰ ਕਿੰਨੀ ਦਰਦ ਹੁੰਦੀ ਹੈ। ਕਿਸੇ ਦਾ ਅੰਗ ਟੁੱਟ ਜਾਵੇ ਤੇ ਉਹਨੂੰ ਕਿੰਨੀ ਦਰਦ ਹੁੰਦੀ ਹੈ, ਤੇ ਤੂੰ ਗੁਰੂ ਕੇ ਅੰਗ ਤੋੜ ਰਿਹਾ ਸੀ। ਆਖਿਆ ਜੀ ਮੇਰੇ ਤੋਂ ਗਲਤੀ ਹੋ ਗਈ ਹੈ। ਕੋਲ ਬੈਠੇ ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਗੁਰਬਾਣੀ ਦੀ ਸੰਥਿਆ ਕਰਾਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਕਰਾਵਾਂਗੇ। ਸੰਗਤ ਜੀ 1704 ਈਸਵੀ ਨੂੰ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਛੱਡਦੇ ਨੇ ਤੇ ਇੱਥੋਂ ਫਿਰ ਪੜਾਅ ਦਰ ਪੜਾਅ ਹੁੰਦੇ ਹੋਏ ਮੁਕਤਸਰ ਦਾ ਭਾਰੀ ਜੰਗ ਲੜ ਕੇ ਸਤਿਗੁਰੂ ਜੀ ਦਮਦਮਾ ਸਾਹਿਬ ਜਾ ਕੇ ਸੁਭਾਏਮਾਨ ਹੁੰਦੇ ਨੇ। ਇੱਥੇ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ। ਪਿਆਰੇ ਦਇਆ ਸਿੰਘ ਜੀ ਨੇ ਕਿਹਾ, ਮਹਾਰਾਜ ਆਪ ਜੀ ਨੇ ਬਚਨ ਕੀਤਾ ਸੀ ਜੰਗਾਂ ਤੋਂ ਵਿਹਲੇ ਹੋ ਕੇ ਤੁਹਾਨੂੰ ਸੰਥਿਆ ਕਰਾਵਾਂਗੇ। ਹਜੂਰ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਇਆ ਸੀ, ਉਹ ਸਰੂਪ ਧੀਰ ਮੱਲੀਆਂ ਦੇ ਕੋਲ ਹੈ। ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਜਾ ਕੇ ਲੈ ਆਉਂਦੇ ਹਾਂ।
ਇਤਿਹਾਸਕਾਰਾਂ ਨੇ ਜ਼ਿਕਰ ਕੀਤਾ 25 ਸਿੰਘ ਮਹਾਰਾਜ ਨੇ ਭੇਜੇ ਨੇ, ਪਰ ਸੰਗਤ ਜੀ ਉਸ ਵੇਲੇ ਧੀਰਮਲ ਆਪ ਤਾਂ ਸੰਸਾਰ ਵਿੱਚ ਨਹੀਂ ਸੀ, ਉਹਦੀ ਗਾੜੀ ਅੰਸ਼ ਬੰਸ ਸੀ। ਜਦੋਂ ਉਹਨਾਂ ਨੂੰ ਜਾ ਕੇ ਸਿੱਖਾਂ ਨੇ ਕਿਹਾ ਵੀ ਗੁਰੂ ਸਾਹਿਬ ਜੀ ਨੇ ਸਰੂਪ ਮੰਗਵਾਇਆ ਹੈ, ਉਹਨਾਂ ਨੇ ਨਾ ਕਰ ਦਿੱਤੀ ਵੀ ਜੇ ਗੁਰੂ ਹੈ ਤੇ ਉਹ ਆਪ ਲਿਖਵਾ ਲੇ। ਇਹਦਾ ਸਾਡੇ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ, ਉਹ ਆਪ ਲਿਖ ਲੈਣ। ਜਦੋਂ ਸਿੱਖਾਂ ਨੇ ਜਾ ਕੇ ਦੱਸਿਆ ਤੇ ਹਜ਼ੂਰ ਨੇ ਬਾਬਾ ਦੀਪ ਸਿੰਘ ਜੀ ਨੂੰ ਪਹੂਵਿੰਡ ਤੋਂ ਮੰਗਵਾਇਆ ਤੇ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਲਾ ਕੇ, ਬਾਬਾ ਦੀਪ ਸਿੰਘ ਜੀ ਨੂੰ ਨਾਲ ਸਹਾਇਕ ਲਾ ਕੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਹਜ਼ੂਰ ਨੇ ਲਿਖਵਾਇਆ। ਤੋ ਉਸ ਸਰੂਪ ਦੀ ਸੰਪੂਰਨਤਾ ਜਿਹੜੀ ਹੈ, ਭਾਵੇਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਜੋ ਜਪਜੀ ਸਾਹਿਬ ਰਹਿਰਾਸ ਸਾਹਿਬ ਤੇ ਸੋਹਿਲੇ ਦਾ ਟੀਕਾ ਕੀਤਾ ਹੈ ਨਾ, ਉਸ ਟੀਕੇ ਦੇ ਵਿੱਚ ਤਾਂ ਇਹ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੇ ਸਾਵਣ ਦੀ ਪੂਰਨਮਾਸੀ ਨੂੰ ਹਜ਼ੂਰ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ। ਪਰ ਇਹ ਸੰਪੂਰਨਤਾ ਦਿਵਸ ਪਹਿਲਾਂ ਨਹੀਂ ਸੀ ਮਨਾਇਆ ਜਾਂਦਾ। 2008 ਵਿੱਚ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਜੀ ਮਨਾਇਆ 300 ਸਾਲਾ, ਉਦੋਂ ਬਾਅਦ ਫਿਰ ਇਹ ਸੰਪੂਰਨਤਾ ਦਿਵਸ ਜਿਹੜਾ ਸੀ ਇਹ 30 ਅਗਸਤ ਦਾ ਸੋ ਕੈਲੰਡਰ ਦੇ ਵਿੱਚ ਸ਼ਬਦ ਆ ਰਿਹਾ ਤੇ ਮਨਾਇਆ ਜਾਂਦਾ ਹੈ। ਤੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦਾ ਜਿਹੜਾ ਦਸਮ ਪਾਤਸ਼ਾਹ ਜੀ ਨੇ ਲਿਖਾਇਆ ਸੀ, ਸੰਗਤ ਜੀ ਉਸ ਸਰੂਪ ਦਾ ਅੱਜ ਸੰਪੂਰਨਤਾ ਦਿਵਸ ਦਮਦਮਾ ਸਾਹਿਬ ਜੀ ਵਿਖੇ ਬੜੀ ਭਾਵਨਾ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਤੋ ਸਤਿਗੁਰਾਂ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਭਾਵੇਂ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਸਰੂਪ ਲਿਖਿਆ ਸੀ ਨਾ ਜੀ, ਆਪਾਂ ਪਰਸੋਂ 28 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬਣਾਇਆ ਤੇ ਇਹ 28 ਤਰੀਕ ਤੋਂ 1 ਮਹੀਨਾ ਪਹਿਲਾਂ ਇਹ ਸਰੂਪ ਦੀ ਸੰਪੂਰਨਤਾ ਹੋਈ ਸੀ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਭਾਦਰੋਂ ਵਦੀ ਏਕਮ ਨੂੰ, ਸੰਮਤ 1661 ਬਿਕਰਮੀ ਨੂੰ। ਔਰ 1 ਮਹੀਨੇ ਬਾਅਦ ਇਹ ਸਰੂਪ ਦੀ ਜਿਲਦ ਵੱਜੀ, ਤਿਆਰੀ ਹੋਈ ਤੇ ਫਿਰ ਸਤਿਗੁਰੂ ਜੀ ਨੇ ਭਾਦਰੋਂ ਸੁਦੀ ਏਕਮ ਨੂੰ ਇਹਦਾ ਪ੍ਰਕਾਸ਼ ਕੀਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਛੱਡਿਆ ਨਾ ਜੀ, ਉਦੋਂ ਇੱਥੋਂ ਦੀ ਸੇਵਾ ਜਿਹੜੀ ਸੀ ਅੰਮ੍ਰਿਤਸਰ ਸਾਹਿਬ ਜੀ ਦੀ, ਉਹ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਹੁਰਾ ਸਾਹਿਬ ਬਾਬਾ ਹਰੀ ਚੰਦ ਨੂੰ ਬਖਸ਼ਿਸ਼ ਕੀਤੀ ਸੀ। ਉਹਨਾਂ ਤੋਂ ਬਾਅਦ ਫਿਰ ਸੰਗਤ ਜੀ ਇੱਥੇ ਧੀਰਮਲ ਦੀ ਅੰਸ਼ ਬੰਸ ਦਾ ਕਬਜ਼ਾ ਹੋਇਆ ਤੇ ਜਦੋਂ ਉਹ ਧੀਰਮਲੀਏ ਆਪਸ ਵਿੱਚ ਇੱਕ ਦੂਜੇ ਨਾਲ ਲੜ ਭਿੜੇ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਰਤਾਰਪੁਰ ਲੈ ਗਏ ਸਨ। ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹਦਾ ਆਪਾਂ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਆ, ਉਹ ਕਰਤਾਰਪੁਰ ਦੀ ਪਾਵਨ ਧਰਤੀ ਤੇ ਸੁਭਾਏਮਾਨ। ਇਹ ਪਾਵਨ ਸਰੂਪ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਾਇਆ ਸੀ, ਇਹ 1818 ਦੇ ਵਿੱਚ ਇਹ ਦਲ ਖਾਲਸੇ ਦੇ ਕੋਲ ਸੀਗਾ ਤੇ ਸੰਗਤ ਜੀ ਜਦੋਂ ਜੰਗ ਯੁੱਧ ਹੋਏ ਉਦੋਂ ਇਹ ਖਾਲਸੇ ਦੇ ਹੱਥੋਂ ਸਰੂਪ ਨਿਕਲ ਗਿਆ ਸੀ। ਪਰ ਇਹਦੇ ਅੱਗੇ ਉਤਾਰੇ ਕਾਫੀ ਹੋ ਚੁੱਕੇ ਸਨ, ਜਿਵੇਂ ਬਾਬਾ ਦੀਪ ਸਿੰਘ ਜੀ ਨੇ 4 ਉਤਾਰੇ ਗੁਰਮੁਖੀ ਵਿੱਚ ਤੇ ਇੱਕ ਅਰਬੀ ਵਿੱਚ ਕੀਤਾ। ਸੰਗਤ ਜੀ ਉਸ ਪਾਵਨ ਸਰੂਪ ਦੀ ਅੱਜ ਸੰਪੂਰਨਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਕੀ ਬਾਣੀ ਤਾਂ ਵੱਧ ਤੋਂ ਵੱਧ ਅਦਬ ਸਤਿਕਾਰ ਕਰਿਆ ਕਰੀਏ, ਵੱਧ ਤੋਂ ਵੱਧ ਆਪ ਬਾਣੀ ਪੜ੍ਹਿਆ ਕਰੀਏ, ਸਹਿਜ ਪਾਠ ਆਪ ਕਰੀਏ, ਆਪਣੇ ਬੱਚਿਆਂ ਤੋਂ ਵੀ ਕਰਵਾਈਏ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕੌਡੀ ਕੌਡੀ ਕੋ ਖਾਗ ਸਿਰ ਛਾਨੈ, ਐ ਪ੍ਰਾਣੀ
ਤੂੰ ਕੌਡੀ ਕੌਡੀ ਵਾਸਤੇ ਆਪਣੇ ਸਿਰ ਵਿੱਚ ਲੋਕਾਂ ਦੀਆਂ ਲਾਹਣਤਾਂ ਰੂਪੀ ਸਵਾਹ ਪਵਾਰਿਆ ਹੈ। ਜਿਨ ਦੀਆ ਤਿਸੈ ਨ ਚੇਤੈ ਮੂਲ। ਜਿਸ ਪਰਮਾਤਮਾ ਨੇ ਇਹ ਤੈਨੂੰ ਸਭ ਕੁਝ ਦਿੱਤਾ ਹੈ, ਤੂੰ ਕਦਾ ਚਿੱਤ ਵੀ ਉਹਨੂੰ ਚੇਤੇ ਨਹੀਂ ਕਰਦਾ। ਮਿਥਿਆ ਲੋਭ ਨ ਉਤਰੈ ਸੂਲ। ਜਿਹੜੇ ਪਦਾਰਥਾਂ ਦਾ ਤੂੰ ਲੋਭ ਲਾਲਚ ਕਰਦਾ ਨਾ, ਇਹ ਮਿਥਿਆ ਨਾਸਵੰਤ ਹੈ। ਇਹ ਪਦਾਰਥ ਸਦੀਵ ਕਾਲ ਰਹਿਣ ਵਾਲੇ ਨਹੀਂ, ਪਰ ਇਹਨਾਂ ਦਾ ਜਿਹੜਾ ਸੂਲ ਹੈ ਨਾ ਦੁੱਖ, ਉਹ ਤੇਰੇ ਮਨ ਤੋਂ ਉਤਰਦਾ ਨਹੀਂ। ਪਾਰ ਬ੍ਰਹਮ ਜਬ ਭਏ ਦਇਆਲ। ਪਾਪਾਂ ਪੁੰਨਾਂ ਤੋਂ ਪਰੇ ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਤੇ ਜਦੋਂ ਉਹ ਦਇਆ ਦੇ ਘਰ ਵਿੱਚ ਆਏ, ਦਿਆਲੂ ਹੋਏ, ਇਹੋ ਮਨ ਹੋਆ ਸਾਦਰਵਾਲ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਜਿਹੜਾ ਮਨ ਸੀ ਨਾ, ਇਹ ਗੁਰੂ ਦੇ ਚਰਨਾਂ ਦੀ ਧੂੜ ਬਣ ਗਿਆ, ਗੁਰੂ ਕੀ ਸੰਗਤ ਦੇ ਚਰਨਾਂ ਦੀ ਧੂੜ ਬਣ ਗਿਆ। ਅਥਵਾ ਨਾਮ ਦੇ ਰਸੀਏ ਜਿਹੜੇ ਪਰਮੇਸ਼ਰ ਨਾਲ ਇਕਮਿਕ ਹੋਏ ਸੀ, ਉਹਨਾਂ ਦੇ ਚਰਨਾਂ ਦੀ ਧੂੜ ਬਣ ਗਿਆ। ਹਸਤ ਕਮਲ ਲੜ ਲੀਨੋ ਲਾਏ। ਸੰਗਤ ਜੀ, ਕਮਲ ਸਰੀਕੇ ਵਾਹਿਗੁਰੂ ਪਰਮੇਸ਼ਰ ਦੇ ਹਸਤ ਹੱਥ ਜੋੜੇ ਨਾ, ਵਾਹਿਗੁਰੂ ਨੇ ਉਹ ਕਮਲ ਸਰੀਕੇ ਹੱਥਾਂ ਨਾਲ ਇਸ ਜੀਵ ਨੂੰ ਆਪਣੇ ਲੜ, ਆਪਣੇ ਪੱਲੇ, ਆਪਣੀ ਛਾਤੀ ਨਾਲ ਲਾ ਲਿਆ। ਨਾਨਕ ਸਾਚੈ ਸਾਚ ਸਮਾਏ। ਹਜੂਰ ਕਹਿੰਦੇ ਨੇ ਇਹ ਜੀਵ ਸੱਚੇ ਨਾਮ ਨਾਲ ਜੁੜ ਕਰਕੇ ਤੇ ਸੱਚ ਵਿੱਚ ਹੀ ਸਮਾ ਗਿਆ, ਅਭੇਦ ਹੋ ਗਿਆ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਰਹਿਮਤ ਕਰਨ। ਸੰਗਤ ਜੀ, ਭਾਵੇਂ ਅੱਜ ਨਸ਼ਿਆਂ ਦਾ ਵੀ ਕਾਫੀ ਜ਼ੋਰ ਹੈ, ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨਸ਼ਿਆਂ ਦੇ ਆਦੀ ਨੇ। ਨਸ਼ਿਆਂ ਦੇ ਕਾਰਨ ਉਹ ਆਪਣੇ ਮਾਂ ਪਿਓ ਨਾਲ ਝਗੜਦੇ ਨੇ, ਕਈ ਵਾਰ ਮਾਰਦੇ ਕੁੱਟਦੇ ਵੀ ਨੇ ਕਿ ਸਾਨੂੰ ਪੈਸੇ ਦਿਓ, ਅਸੀਂ ਨਸ਼ਾ ਕਰਨਾ ਹੈ। ਸੰਗਤ ਜੀ, ਨਸ਼ਿਆਂ ਦੇ ਕਾਰਨ ਘਰਾਂ ਦੇ ਵਿੱਚ ਅੱਤ ਦੀ ਗਰੀਬੀ ਕਈ ਘਰਾਂ ਵਿੱਚ ਆ ਚੁੱਕੀ ਹੈ। ਸਤਿਗੁਰੂ ਰਹਿਮਤ ਕਰਨ, ਸਾਡੇ ਬੱਚੇ ਉਹ ਨਸ਼ਿਆਂ ਤੋਂ ਰਹਿਤ ਹੋਣ। ਨਸ਼ਾ ਗੁਰੂ ਕੀ ਬਾਣੀ ਦਾ ਤੇ ਕੇਵਲ ਪ੍ਰਚਾਦੇ ਦਾ ਹੋਣਾ ਚਾਹੀਦਾ ਹੈ। ਬਾਕੀ ਸਾਰੇ ਨਸ਼ੇ ਜਿਹੜੇ ਨੇ ਉਹ ਹਾਨੀਕਾਰਕ ਨੇ। ਤੇ ਬੱਚਿਆਂ ਨੂੰ ਬੇਨਤੀ ਹੈ ਕਿ ਬੱਚਿਓ, ਆਪਣੇ ਮਾਤਾ ਪਿਤਾ ਨਾਲ ਕਦੇ ਨਹੀਂ ਝਗੜਨਾ ਚਾਹੀਦਾ। ਜੇ ਨੇਕ ਸਲਾਹ ਦਿੰਦੇ ਨੇ ਤੇ ਉਹਨੂੰ ਜ਼ਰੂਰ ਮੰਨਿਆ ਕਰੋ। ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਉਪਦੇਸ਼ ਹੈ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਭਾਵੇਂ ਅੱਜ ਦੀ ਇਹ ਕਥਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦੀ ਸੀ, ਪਰ ਉਹਨਾਂ ਨੂੰ ਅਚਨਚੇਤ ਬੰਬੇ ਜਾਣਾ ਪੈ ਗਿਆ। ਗੁਰੂ ਅਰਜਨ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਪਰਬ ਉੱਤੇ ਮਨਾ ਰਹੀ ਸੀ ਸੰਗਤ। ਅਚਾਨਕ ਉਹਨਾਂ ਨੂੰ ਜਾਣਾ ਪੈ ਗਿਆ, ਇਸ ਕਰਕੇ ਕਥਾ ਦਾ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ। ਦਾਸ ਸਤਿਗੁਰੂ ਜੀ ਦਾ ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ। ਪਾਰ ਬ੍ਰਹਮ ਜਬ ਭਏ ਦਇਆਲ। ਇਹੋ ਮਨ ਹੋਆ ਸਾਦਰਵਾਲ। ਹਸਤ ਕਮਲ ਲੜ ਲੀਨੋ ਲਾਏ। ਨਾਨਕ ਸਾਚ ਸਾਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।